ਮਰੀਮ ਨਵਾਜ਼ ਸਾਹਿਬ, ਜੇ ਅਗਰ ਤੁਸੀਂ ਕੌਮ ਦੀ ਮਾਂ ਹੋ ਨਾ, ਸਾਡੀ ਮਾਂ ਵੀ ਬਣ ਕੇ ਦਿਖਾਓ। ਫਿਰ ਮਰੀਮ ਨਵਾਜ਼ ਸਾਹਿਬ ਦੇਖੋ ਮੇਰੀ ਬੱਚੀ ਦੀ ਜਿਲਤਾਂ ਕੋਈ ਨਾ, ਇਹਨਾਂ ਨੂੰ ਕੌਣ ਪੜੇਗਾ। ਬਹੁਤ ਗੰਦਾ ਇਨਸਾਨ ਸੀ, ਜਹਲੀਏ ਸੀ ਉਹਦੀ ਮਾਂ। ਉਹ ਜਿਹੜੀ ਇੱਧਰ ਮਹੱਲੇ ਵਾਲੀ ਸੀਮਾ ਹੀ, ਉਹ 2 ਨੰਬਰ ਕੰਮ ਕਰਵਾਉਂਦੇ ਹਨ, ਧੰਦਾ ਕਰਦੇ ਹਨ, ਨਾਲੇ ਨਸ਼ਾ ਵੇਚਦੇ ਹਨ। ਮੇਰੀ ਬੱਚੀ ਦਾ ਇਨਸਾਫ ਮਿਲਣਾ ਚਾਹੀਦਾ। ਤੁਸੀਂ ਕੌਮ ਦੀ ਮਾਂ ਨਾ, ਮੇਰੀ ਇਸ ਬੱਚੀ ਦੀ ਮਾਂ ਬਣ ਕੇ ਇਸ ਵਾਂਡੋ ਚ ਖੁਦਾ ਵਾਸਤੇ ਇੱਕ ਦਫਾ ਇੱਧਰ ਆ ਕੇ ਚੱਕਰ लगाओ। मेरा हाथ करना, मैं ਤੁਹਾਡੇ ਅੱਗੇ अपील करना, मेरे हाथ जोड़ना वा। बल्कि एक नहीं कई जानवरों ने मिलकर जो है ज्यादती का उसको निशाना बनाया और उसके बाद वो उसकी सांसें चल रही थी, जो आखिरी सांसें थी उसकी जो माँ थी, जो एक यानी कि धंधे वाली औरत है, उसने आखिरी सांसें उसकी दुपट्टा बांध कर खत्म की, उसके सिर में ईंटें मारी, उसके जिस्म पे तशद्दुद किया एक मासूम कली के, और फिर उसको अपने ही घर के अंदर मट्टी खोदकर अंदर दफन कर दिया। ਉਹਨੇ ਆਪਣੀ ਸਗੀ ਭਤੀਜੇ ਦੇ ਨਾਲ, ਉਹ ਵੀ 5 ਸਾਲ ਦੀ, ਉਹਦੇ ਨਾਲ 2 ਦਫਾ ਅਟੈਂਪਟ ਕੀਤੀ। ਇਹ ਮੁਜਰਮ ਵੀ ਸਾਡੇ ਸਰਕਾਰੀ ਅਦਾਰਿਆਂ ਨੇ ਬਣਾ ਦਿੱਤਾ ਹੁਣ ਛੱਡ ਕੇ, ਕਿਉਂਕਿ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਆਂਦੇ ਨੇ ਯਾਰ ਇਹਦਾ ਕੀ ਕਰੀਏ, ਵੀ ਇਹਦਾ ਮਤਲਬ ਉਹ ਨਸ਼ਾ ਕਰਦਾ ਤੇ ਫਿਰ ਦੂਜਿਆਂ ਦੀ ਜਾਨਾਂ ਨਾ ਖੇਡ ਲੈ। बिस्मिल्लाहिर्रहमानिर्रहीम, अस्सलामु अलैकुम नाजरीन। सबसे पहले करोड़ों दरूदो सलाम महबूब मुस्तफ़ा सल्लल्लाहु अलैहि वसल्लम पर। मैं इस टाइम ईमान फातिमा के घर पे मौजूद हूँ, मेरे साथ फादर मौजूद हैं, आंखों में आंसू और ईमान फातिमा की बुक्स हाथ में पकड़ी हुई हैं। किस क्लास की स्टूडेंट थी जानते हैं, और घर की हालत आपको नज़र आ रही है। क्या ये केस लड़ सकते हैं जिनके पास एक वक्त की रोटी खाने के भी पैसे नहीं है। अस्सलाम वालेकुम। वालेकुम सलाम। आपका गम जो है उसमें हम शरीक हो सकते हैं, लेकिन कम उसको रब कर सकता है, और रब ही आपको सब्र देगा। ईमान फातिमा कौन सी क्लास में पढ़ती थी? ईमान फातिमा 1 ਚ ਹੋਈ ਸੀ। अच्छा। ਤੇ ਉਸ ਤੋਂ ਬਾਅਦ ਜਿਹੜਾ ਨਾ ਕਹਿੰਦੀ ਪਾਪਾ ਅੱਜ ਮੈਂ ਸਕੂਲ ਨਹੀਂ ਜਾਵਾਂਗੀ, ਤੋ ਤੁਸੀਂ ਮੇਰੀ ਬੁੱਕਾਂ ਵਗੈਰਾ ਵੀ ਮੈਂ ਪੈਸੇ ਵੀ ਨਹੀਂ ਤੁਹਾਡੇ ਕੋਲ ਲਾਂਗੀ, ਮੇਰੀ ਬੁੱਕਾਂ ਜਿਲਦ ਕਰ। ਉਸੇ ਦਿਨ ਦਾ ਵਾਕਿਆ ਹੈ, ਹਫਤੇ ਵਾਲੇ ਦਿਨ ਦਾ। ਤੇ ਮੈਂ ਉੱਥੇ ਬਾਜ਼ਾਰ ਗਿਆ ਵਾਂ, 2:30 ਵਜੇ ਬੱਚੀ ਸਕੂਲ ਰੋਟੀ ਖਾਦੀ, ਘਰੋਂ ਬਾਹਰ ਨਿਕਲੀ ਹੈ। 3 ਵਜੇ ਮੈਂ ਵਾਪਸ ਆ ਗਿਆ, ਇੰਨੀ ਜ਼ੋਰ ਦੀ ਕਿ ਮੇਰੀ ਬੱਚੀ ਘਰ ਵਾਲੇ ਕਹਿਣਗੇ ਜਲਦੀ ਵਾਪਸ ਆ ਜਾ, ਬੱਚੀ ਨਹੀਂ ਮੇਰੀ। ਮੈਂ ਬਲਕਿ ਸਾਰਾ ਵਾਂਡੋ ਤਲਾਸ਼ ਕੀਤਾ ਹੈ, ਇਹ ਛੋਟੇ ਛੋਟੇ ਨਾਲ ਪਿੰਡ ਨੇ, ਉੱਥੇ ਐਲਾਨ ਕਰਵਾਏ ਨੇ, ਮਗਰ ਬੱਚੀ ਕਿੱਥੋਂ ਵੀ ਨਹੀਂ ਮਿਲੀ ਹੈ। अच्छा। ਤੇ ਇਹ ਜਿਹੜੇ ਮੇਰੇ ਬੱਚੀ ਦੇ ਕਾਤਲ ਸਨ ਨਾ, ਮੈਨੂੰ ਪੁੱਛਦੇ ਸਨ ਬਾਰ-ਬਾਰ ਬੱਚੀ ਮਿਲ ਗਈ ਹੈ, ਬੱਚੀ ਮਿਲ ਗਈ। ਮੈਂ ਫਿਰ ਵੀ ਜ਼ਿਹਨ 'ਚ ਨਹੀਂ ਆਇਆ, ਮੈਂ ਕਿਹਾ ਮੈਂ ਕਦੀ ਆਦਮੀ ਕਿ ਇਨਸ਼ਾਅੱਲਾ ਅਲਹਮਦੁਲਿल्लाह ਮੈਂ ਮੁਸਲਮਾਨ ਹਾਂ, ਮੇਰਾ ਅਕੀਦਾ ਹੈ ਕਿ ਮੈਂ ਕਿਸੇ ਨਾਲ ਗਲਤ ਨਹੀਂ ਨਾ ਕੀਤਾ, ਮੇਰੇ ਨਾਲ ਗਲਤ ਨਹੀਂ ਹੋ ਸਕਦਾ ਹੈ। ਤੁਹਾਡੀ ਕੋਈ ਕਿਸੇ ਨਾਲ ਦੁਸ਼ਮਣੀ ਕੋਈ ਨਹੀਂ ਸੀ? ਦੁਸ਼ਮਣੀ ਨਹੀਂ, ਕੋਈ ਲੜਾਈ ਝਗੜਾ ਨਹੀਂ, ਕੋਈ ਗੱਲਬਾਤ ਨਹੀਂ ਸੀ। ਅੱਛਾ ਜੀ ਠੀਕ ਹੈ। ਤੇ ਕਹਿੰਦੀ ਮੈਂ ਸਕੂਲ ਨਹੀਂ ਜਾਣਾ, ਕਹਿੰਦੀ ਸਕੂਲ ਨਹੀਂ ਜਾਣਾ। ਉਸ ਤੋਂ ਬਾਅਦ ਆਸਤਾ ਅਸੀਂ ਢੂੰਡਣਾ ਸ਼ੁਰੂ ਹੋ ਗਏ ਹਾਂ। 4 ਵੱਜ ਗਏ ਨੇ, 5 ਵੱਜ ਗਏ ਨੇ, 6 ਵੱਜ ਗਏ ਨੇ, ਸ਼ਾਮ ਦੀ ਜ਼ਾਨ ਹੋਣ ਲੱਗ ਗਈ। ਅਸੀਂ ਰਿਪੋਰਟ ਕਰਵਾਈਏ, ਦਰਜ ਕਰਵਾਈਏ ਥਾਣੇ ਜਾ ਕੇ, ਪਹਿਲਾਂ ਨਾ ਮਾਲੂਮ। ਉਸ ਤੋਂ ਬਾਅਦ ਜਿਹੜਾ ਅਸੀਂ ਬੜੇ ਪਰੇਸ਼ਾਨ ਹੋਏ ਹਾਂ, ਫਿਰ ਅਸੀਂ ਬਾਹਰ ਨਿਕਲ ਗਏ ਹਾਂ। ਹਰ ਜਗ੍ਹਾ ਕੋਈ ਐਸਾ ਦੁਨੀਆ ਦਾ ਵਾਂਡੋ ਦਾ ਕੋਣਾ ਨਹੀਂ ਛੁੰਡਿਆ, ਜਾਂ ਕੋਈ ਐਸੀ ਹਵੇਲੀਆਂ ਨਹੀਂ, ਕੋਈ ਝੋਂਪੜੀਆਂ ਨਹੀਂ ਮੰਗਣ ਵਾਲਿਆਂ ਦੀ ਛੋੜੀਆਂ ਹੋ ਸਕੇ ਇਹਨਾਂ ਨੇ ਸਾਡੀ ਬੱਚੀ ਨਾਲ ਕੋਈ ਐਸੀ ਅਸੀਂ ਬਹੁਤ ਪਰੇਸ਼ਾਨ, ਸਾਡੀ ਬੱਚੀ ਜਾ ਹੀ ਨਹੀਂ ਸਕਦੀ ਕਿਤੇ। ਉਹਨਾਂ ਦੀ ਮਾਂ ਸ਼ਾਮ ਨੂੰ ਆਈ, ਕਹਿੰਦੀ ਹੈ ਝੂਠ ਕਹਿੰਦੀ ਉਹ ਤੇ ਫਲਾਣੇ ਮੈਰਿਜ ਹਾਲ 'ਚ ਗਈ। ਇਹ ਅਸੀਂ ਉੱਧਰ ਸਾਰੇ ਤੁਰ ਪਏ ਹਾਂ। ਮਹੱਲਾ ਜਿਹੜਾ ਮੇਰੀ ਇੱਕ ਸ਼ਹਾਦਤ ਦੀ ਉਂਗਲੀ ਉੱਧਰ ਹੀ ਸਾਰਿਆਂ ਦੀ ਜਾਣ ਦੀ, ਸਭ ਸਾਰਿਆਂ ਦੀ ਉੱਧਰ ਹੀ ਉਂਗਲੀ ਸੀ ਕਿ ਉਹ ਸ਼ਾਮ ਜਦੋਂ ਹੋਈਏ ਅਸ ਭਾਬੀ ਨੇ ਸਾਡੇ ਹੋਰ ਮਹੱਲੇ ਵਾਲੇ ਸਾਰੇ ਕਹਿੰਦੇ ਜਾਰੇ ਨਾਲ ਕੰਮ ਕਰ ਛੜਿਆ, ਜਾਰੇ ਕਰੋ ਤੁਹਾਨੂੰ ਮਿਲੇਗੀ। ਮੇਰਾ ਫਿਰ ਵੀ ਜ਼ਹਿਨ ਨਹੀਂ ਮੁਤਮਿਨ ਹੋਇਆ। ਮੈਂ ਨਹੀਂ ਭਾਬੀ ਮਹੱਲੇ 'ਚ ਨਹੀਂ ਇਹ ਕੰਮ ਕਰਦਾ। ਬਹੁਤ ਗੰਦਾ ਇਨਸਾਨ ਸੀ, ਜਹਲੀਏ ਸੀ ਉਹਦੀ ਮਾਂ। ਉਹ ਜਿਹੜੀ ਇੱਧਰ ਮਹੱਲੇ ਵਾਲੀ ਸੀਮਾ ਹੀ, ਉਹ 2 ਨੰਬਰ ਕੰਮ ਕਰਵਾਉਂਦੇ ਹਨ, ਧੰਦਾ ਕਰਦੇ ਹਨ, ਨਾਲੇ ਨਸ਼ਾ ਵੇਚਦੇ ਹਨ। ਉੱਥੇ ਨਸ਼ਾ ਵੀ ਬਰਾਮਦ ਹੋਇਆ। ਸਗੀ ਭਤੀਜੀ ਨਾਲ ਇਹ ਕੋਸ਼ਿਸ਼ 2 ਦਫਾ ਕੀਤੀ, ਆਪਣੀ ਸਕੀ ਭਤੀਜੇ ਦੇ ਨਾਲ। ਉਹਦੀ ਭਰਜਾਈ ਦਾ ਬਿਆਨ ਆਉਣ ਦੀ ਰਿਕਾਰਡ ਹੈ ਕਿ ਉਹਨੇ ਆਪਣੀ ਸਗੀ ਭਤੀਜੇ ਦੇ ਨਾਲ, ਉਹ ਵੀ 5 ਸਾਲ ਦੀ, ਉਹਦੇ ਨਾਲ 2 ਦਫਾ ਅਟੈਂਪਟ ਕੀਤੀ। ਠੀਕ ਹੈ, ਔਰ ਆਨ ਦੀ ਰਿਕਾਰਡ ਉਹਦੀ ਭਾਬੀ ਨੇ ਇਹ ਬਿਆਨ ਦਿੱਤਾ ਹੈ ਕਿ ਜਨਾਬ ਇਹਨੂੰ ਤੁਸੀਂ ਮਾਰੋ, ਗੋਲੀ ਮਾਰੋ, ਸਰੇਆਮ ਮਾਰੋ। ਉਹ ਕੋਈ ਨਵਾਂ ਮੁਜਰਮ ਨਹੀਂ ਸੀ ਹੈ, ਲੇਕਿਨ ਇਹ ਮੁਜਰਮ ਵੀ ਸਾਡੇ ਸਰਕਾਰੀ ਅਦਾਰਿਆਂ ਨੇ ਬਣਾ ਦਿੱਤਾ ਹੁਣ ਛੱਡ ਕੇ, ਕਿਉਂਕਿ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਆਂਦੇ ਨੇ ਯਾਰ ਇਹਦਾ ਕੀ ਕਰੀਏ। ਜਿਹੜਾ ਬੰਦਾ ਨਸ਼ਾ ਕਰਦਾ ਇਹਦਾ ਕੀ ਕਰੀਏ, ਵੀ ਇਹਦਾ ਮਤਲਬ ਉਹ ਨਸ਼ਾ ਕਰਦਾ ਤੇ ਫਿਰ ਦੂਜਿਆਂ ਦੀ ਜਾਨਾਂ ਨਾ ਖੇਡ ਲੈ। ਬਈ ਅਗਰ ਜਿੰਨੇ ਨਸ਼ਈ ਨੇ ਇਹ ਫੜ ਕੇ ਮਾਰਨੇ ਨੇ ਤੇ ਇੱਕ ਦਫਾ ਮਾਰ ਦਿਓ, ਜਾਂ ਇਹਨਾਂ ਨੂੰ ਕੋਈ ਅਖਲਾਕੀ ਅਦਾਰਿਆਂ 'ਚ ਕਿਧਰੇ ਦਿਓ ਜਿੱਥੇ ਇਹਨਾਂ ਦੀ ਅਖਲਾਕੀ ਤਰਬੀਅਤ ਹੋਵੇ। ਅਖਲਾਕੀ ਤਰਬੀਅਤ ਕਰਦੇ ਕੋਈ ਨਹੀਂ, ਛੱਡ ਦਿੰਦੇ ਨੇ, ਜਾਓ ਲੋਕਾਂ ਦੇ ਗਾਰਡਰ ਚੁੱਕੋ, ਲੋਕਾਂ ਦੀ ਮੋਟਰਾਂ ਲਾਓ, ਲੋਕਾਂ ਦੀ ਇਜ਼ਤਾਂ ਨਾਲ ਖੇਡੋ। ਤੇ ਫਿਰ ਜ਼ਾਹਰ ਹੈ ਫਿਰ ਜਦੋਂ ਇਹ ਕੰਮ ਹੋਣਗੇ ਨੁਕਸਾਨ ਤੇ ਹੋਣਾ ਹੀ। पहले बात तो ये है कि नशा खत्म होना चाहिए। ਨਸ਼ਾ ਖਤਮ ਹੋਣਾ ਚਾਹੀਦਾ, जब ਨਸ਼ਾ से ਕਰਦੇ नशा ਕੋਈ है ਨਹੀਂ। ना, नशा खत्म होगा तो फिर ਸਾਡੇ तो उस तो ਬੇਸ਼ੁਮਾਰ बाद ਨਸ਼ਾ ਵੇਚਦੇ
ਗੰਦ ਬਹੁਤ ਜ਼ਿਆਦਾ ਗੰਦਾ, ਇਹਦੀ ਮਾਂ ਗੰਦੀ ਔਰਤ ਸੀ। ਅਸੀਂ ਫਿਰ ਵੀ ਆਨੇ ਹਾਂ ਨਹੀਂ ਗੰਦੇ ਨੇ, ਲੋਕਾਂ ਦੇ ਨਾਲ ਗੰਦੇ ਨੇ, ਮੇਰੇ ਨਾਲ ਐਸਾ ਕੰਮ ਨਹੀਂ ਕਰ ਸਕਦੇ ਹੈ। ਮੇਰਾ ਫਿਰ ਵੀ ਇੱਕ ਜ਼ਮੀਰ ਸੀ, ਮੈਂ ਮੁਸਲਮਾਨ, ਮੇਰਾ ਯਕੀਨ ਸੀ ਕਿ ਮੇਰਾ ਹਮਸਾਇਆ ਮੇਰੇ ਨਾਲ ਇਹ ਕੰਮ ਨਹੀਂ ਕਰੇਗਾ, ਮਗਰ ਮੈਨੂੰ ਕੀ ਪਤਾ ਮੇਰਾ ਹਮਸਾਇਆ ਹੀ ਮੇਰਾ ਕਾਤਲ ਨਿਕਲ ਆਇਆ ਹੈ। ਸਾਂ ਦੇਖੋ ਮਰੀਮ ਨਵਾਜ਼ ਸਾਹਿਬ, ਜੇ ਅਗਰ ਤੁਸੀਂ ਕੌਮ ਦੀ ਮਾਂ ਹੋ ਨਾ, ਸਾਡੀ ਮਾਂ ਵੀ ਬਣ ਕੇ ਦਿਖਾਓ। ਫਿਰ ਮਰੀਮ ਨਵਾਜ਼ ਸਾਹਿਬ ਦੇਖੋ ਮੇਰੀ ਬੱਚੀ ਦੀ ਜਿਲਤਾਂ ਕੋਈ ਨਾ, ਇਹਨਾਂ ਨੂੰ ਕੌਣ ਪੜੇਗਾ? ਮੇਰੀ ਬੱਚੀ ਦਾ ਇਨਸਾਫ ਮਿਲਣਾ ਚਾਹੀਦਾ ਹੈ, ਮੇਰੀ ਬੱਚੀ ਦਾ ਇਨਸਾਫ ਮਿਲਣਾ ਚਾਹੀਦਾ ਹੈ। ਤੁਸੀਂ ਕੌਮ ਦੀ ਮਾਂ ਨਾ, ਮੇਰੀ ਇਸ ਬੱਚੀ ਦੀ ਮਾਂ ਬਣ ਕੇ ਇਸ ਵਾਂਡੋ ਚ ਖੁਦਾ ਵਾਸਤੇ ਇੱਕ ਦਫਾ ਇੱਧਰ ਆ ਕੇ ਚੱਕਰ ਲਗਾਓ, ਮੇਰਾ ਹਾਲਾਤ ਦੇਖੋ, ਮੇਰੇ ਘਰ ਦੇਖੋ। ਮਰੀਮ ਨਵਾਜ਼ ਸਾਹਿਬ ਤੁਹਾਡੇ ਅੱਗੇ ਮੇਰਾ ਇਨਸਾਫ ਕਰਨਾ, ਮੈਂ ਤੁਹਾਡੇ ਅੱਗੇ ਅਪੀਲ ਕਰਨਾ, ਮੇਰੇ ਹੱਥ ਜੋੜਨਾ ਵਾ। ਮੇਰੀ ਬੱਚੀ ਛੋਟੀ ਜਿਹੀ, ਉਹਦਾ ਇਨਸਾਫ ਆ ਕੇ ਤੁਸਾਂ ਕਰਨਾ ਹੈ ਜਾਂ ਮੇਰਾ ਅੱਲਾ ਨਾ ਕਰਨਾ, ਉਸ ਤੋਂ ਬਾਅਦ ਤੁਸਾਂ ਕਰਨਾ ਹੈ। ਅਗਰ ਤੁਸੀਂ ਕੌਮ ਦੀ ਮਾਂ ਨਾ, ਸਾਡੀ ਵੀ ਮਾਂ ਬਣ ਕੇ ਦਿਖਾਓ, फिर इस समझा कि वाकई तुसी सारा इंसाफ करोगे। जी नाजरीन, ये नन्ही ईमान जी नाजरीन, ये नन्ही ईमान फातिमा की बुक्स हैं जो पापा जो है इसको बाइंडिंग करा के जिल्द करवा के लेके, और ऊपर लिखा हुआ है ईमान अब्दुल शकूर। ये पढ़नी उसको नसीब नहीं हुई, बाप बुक्स हाथ में लेकर रो रहा है और अपील कर रहा है मरीम नवाज साहबा से कि आप जो है वो कौम की माँ है तो ईमान फातिमा की माँ भी बन के दिखाएं। नाजरा, कुरान मजीद, ये सारी उसकी बुक्स हैं। जो 1 क्लास की वो बच्ची स्टूडेंट थी, और ये उसका छोटा सा प्यारा सा बैग है जो वीरान पड़ा हुआ है, बुक्स बाप के हाथ में। लेकिन ईमान फातिमा जो है वो मनो मट्टी के नीचे सो गई हैं, जन्नत में है, इनको देख रही हैं वैसे तो, लेकिन चली गई हैं वो। एक दरिंदे ने, एक जानवर ने, बल्कि एक नहीं कई जानवरों ने मिलकर जो है उसके साथ ये ज्यादती का उसको निशाना बनाया। और उसके बाद वो उसकी सांसें चल रही थी, जो आखिरी सांसें थी उसकी जो माँ थी, जो एक यानी कि धंधे वाली औरत है, उसने आखिरी सांसें उसकी दुपट्टा बांध कर ख़त्म की, उसके सिर में ईंटें मारी, उसके जिस्म पे तशद्दुद किया एक मासूम कली के, और फिर उसको अपने ही घर के अंदर मट्टी खोदकर अंदर दफन कर दिया। जिसके बाद कई घंटों बाद वालदा को आवाज़ भी आई। उस टाइम शायद उसकी जान निकल गई थी या क्या था, उसके साथ जुल्म हो रहा था, उस टाइम उसके साथ जुल्म हो रहा था। वालदा की आवाज़ जो है कानों में गूंजती रही। ईमान फातिमा ने कहा मामा जी, लेकिन वो हमारे दरमियान में नहीं है। पूरा मोहल्ला जो है इसकी फिजा सोगवार, आप देख ले 3 दिन 4 दिन से बारिश लगी हुई है, किस तरह से अल्लाह की रहमत हुई है, उस गंदे इंसान के मरने के बाद हुई है, मरने के बाद। और वो बदबख्त जो है जानवर, उसको तो इबरतनाक सजा दी गई है, लेकिन उसकी वालदा जिसने बच्ची को मारा, सारे इदारे जो हमारे इस केस को देख रहे हैं हरकत में आए और ईमान फातिमा को इंसाफ दें। इनके पास एक वक्त के खाने के भी पैसे नहीं है। मैं आपको घर की हालत दिखाती हूँ जो इनके मैं कचहरियां में नहीं जा सकता मरीम नवाज साहब, मैं एक 5000 रुपए का एक गड्डी चला के मेरी बच्ची दे कातल दा कपड़ा देख लो, सारा देखो मेरी बच्ची दे जुल्म दा कपड़ा, ये इतना खून से देखे अब देखो कोई मेरी बच्ची ये वो चादर है जिसके ऊपर जुल्म हुआ ईमान फातिमा ने। गठड़ी बांध के ना उसको ऐसे मट्टी के अंदर दबाया हुआ था, ऐसे करके उसको दबाया हुआ था। इतने बुरे तरीके से उसके बाजू तोड़े हुए थे, टांगे तोड़ी हुई थी, उन्होंने ये मुंह पे नाखून, इतने पता नहीं क्या क्या चीजें, उसकी एड़ियां बिल्कुल रगड़ी हुई थी नीचे मट्टी के साथ। उसने ऐसे ऐसे मारी थी, इधर भी निशान मेरी बच्ची के, इधर भी निशान पड़े थे। पता नहीं कितनी ज्यादा तकलीफें लेके ये मैं तस्वीरें आपको दिखा नहीं सकती, जो मेरा दिल कांप रहा है अंदर से, मेरी जुबान लड़खड़ा रही है। जो बच्ची मैंने देखी इसी के अंदर लपेटी हुई, ये मिट्टी और खून से लथपथ चादर इस बात की गवाही दे रही है कि ईमान फातिमा ने बड़ा पुकारा होगा उस टाइम, वालदा को, वालद को, पता नहीं कितना पुकारा होगा, लेकिन उन दरिंदों ने उनको तरस नहीं आया। वो भी एक माँ थी, वो माँ नहीं थी, वो एक दरिंदा सिफ्त औरत थी। शैतानियत उसके अंदर आई हुई थी जिसने बच्ची के साथ ये शैतानियत की। थैंक यू सो मच। देर ख्याल रखिएगा और अपने बच्चों का ख्याल रखें जी। बल्कि अपनी माँ को उसने अपने बेटे को अंदर बिठा के ना, मैं कहती है जब मार्केट की तरफ चले जाओ, इस साथ वाली दुकान है या कहीं भी दुकान है, इतनी बड़ी छुरी ला के दी और इतना बड़ा डब्बा ला के दिया कि ये उधर चले जाएंगे ना तो मैं इसके टोटे करके ना तो नहर में फेंकाऊंगी। वो तो अल्लाह ताला का इतना लाख दफा शुक्र है, अल्लाह ने हमारे बंदों को हुक्म दिया है कि यहाँ से कहीं हिलना नहीं है। कि मेरी बच्ची मुझे जिंदा नहीं मिली ना, मुझे मरी तो मिल गई ना। जी जी
मैं मान फातिमा की पप्पो हूँ। मैं सारी गलियों में ढूंढती रही, आवाजें दी मैंने सारों में। मैंने कहा मान फातिमा तू जहाँ भी है तू आ जा, हम तुझे कुछ नहीं कहते मान फातिमा, तू आ जा, तू जहाँ भी है। हम कभी नहीं निकले, मैं शरीफ पर्दा करती हूँ। मैं पहले बुरका पहन के गई, फिर मैंने बुरका भी ना पहन, फिर मैं ये चादर लेके मैं सारे दिल्ली मोहल्ले इधर है उधर मैं आवाजें देती रही। मैंने कहा मान फातिमा तू कहीं छुपी भी है ना, आ जा। और हमें पक्का यकीन था, दिल को हम तसल्ली देते शायद मिल ही जाए, हमारी किस्मत में हो जाए। फिर हम उधर से गुजरे, वो ताला लगा रही थी उसी घर को, उसने हाथ में कंबल पकड़ा हुआ था। तो मैंने कहा कहती इत्थे कित्थे लभदे हो। मैंने कहा बच्ची दा की पता हुंदा, बच्चे ते जिथे मर्जी चल जाते ने। उसकी माँ कहती है मैंने कहा कुछ पता नहीं होता है। मैंने कहा असीं सारे घरां दी तलाशियां लैणियां, गुस्सा ना कोई भी करो। शायद साडी बच्ची उपर कित्थे छुप गई, किसी दे चार पाई दे नीचे छुप गई होए डर दे मारे। ते असीं सारिਆਂ ਦੇ घरां दी तलाशियां लैणियां। कहंदी लै ਉਹ ਤੇ ਕਿਸੇ ਦੇ हत्ती भी चढ़ गई होनी, तुसीं लभदे फिरदे हो। हम आगे चले गए, इधर गिरजा है। मैंने गली गलियों में आवाजें लगाई भाग लो की तरह। मैं उसकी पुप्पो इधर ही रहती हूँ, मेरे पास जाके खेलते थे, मेरे पास जाके खेलते थे। मरियम नवाज साहबा से यही गुजारिश है कि मेरी भतीजी को हर तरह से इंसाफ मिलना चाहिए, हर तरह से इंसाफ मिलना चाहिए। जितने भी मुजरिम है कोई जिंदा ना है, ना उनकी माँ जिंदा है ना वो जिंदा है। हमें अपनी भतीजी का ईमान फातिमा का इंसाफ चाहिए। मेरा भाई इतना माड़ा कुछ नहीं कर सकता। अकेला मेरा भाई, हम 5 बहनें थी, आगे 3 भतीजी है हमारी। हमारा भाई अकेला, बूढ़ी हमारी माँ को संभालता है। चलो बैठे उठो, बस ना रो, ठीक है जी। जी फुप्पो हमारे साथ मौजूद थी, जो पागलों की तरह अपनी भतीजी को गलियों में ढूंढती रही कि शायद ईमान फातिमा किसी के घर में छुपी हुई है, शायद वो शरारत कर रही है, हमारे साथ मजाक कर रही है। लेकिन ईमान फातिमा ने कोई आगे से आवाज़ नहीं दी। मिली तो एक गठरी के अंदर बंद और एक खेस के अंदर चद्दर के अंदर उसकी लाश लिपेटी हुई। क्या कहेंगे, कसूरवार कौन है? ख़त्म होना चाहिए तो नशे को। जो इंसान नशा कर लेता फिर उसको तो लिहाज ही नहीं रहता किसी का, वो फिर कुछ भी करे। और उसके बाद नशइयों को पकड़ के ले जाती है पुलिस, और फिर कहते हैं ये नशई है, इसको छोड़ दें, इसको हमें खुद से खाना खिलाना पड़ेगा। और वो नशई जाकर इतने बड़े जुल्म कर देता है कि जिसकी जो मिसाल, यानी कि अगर आप देखें तो अब इस टाइम इस घर के अंदर क़यामत का मंजर है। अगर आप देखें तो पूरा घर वीरान पड़ा हुआ है, वालदा की गोद उजड़ गई और बाप के आंसू और उसकी बुक्स इंतजार कर रही है ईमान फातिमा का। लेकिन ईमान फातिमा कहाँ से आएगी? मैंने हाथों से दफना दिया, फिर भी मुझे यकीन नहीं आ रहा। ऐसे लग रहा है कहीं कोने से आ जाएगी मेरी ईमान फातिमा। है ना, नाजरा दे सपारे लाया काम नहीं चलना, ये तो मस्जिदां 'ਚ ਵੀ ਕੰਮ ਹੁੰਦੇ ਨੇ। ਇਹ ਕੋ ਕਾਨੂੰਨ ਪਾਸ ਕਰਿਆ ਕੰਮ ਚੱਲਣਾ ਹੈ। ਇਹ ਪਹਿਲੀ ਦੂਜੀ ਚੌਥੀ ਦੇ ਵਿੱਚ ਆ ਕੁਰਾਨ ਮਜੀਦ ਦੇ ਨਾਜ਼ਰ ਲਾਤੇ ਨੇ, ਬਹੁਤ ਅੱਛਾ ਕੰਮ ਹੈ, ਮੈਂ ਨਹੀਂ ਆਂਦਾ। ਲੇਕਿਨ ਇਹਦੇ ਨਾਲ ਖਾਲੀ ਕੰਮ ਨਹੀਂ ਚੱਲਣਾ, ਇਹ ਕਾਨੂੰਨ ਸਾਜ਼ੀ ਨਾਲ ਕੰਮ ਚੱਲਣਾ ਹੈ। ਕਿ ਕੋਈ ਕਾਨੂੰਨ ਐਸੇ ਬਣਾਓ ਜਿਸ ਨਾਲ ਮੁਲਜ਼ਮਾਂ ਨੂੰ ਕੋਈ ਇਹ ਕਿਤਾਬਾਂ ਨਹੀਂ, ਇਹਨਾਂ ਦੇ ਨਾਲ ਕੋਈ ਕਾਨੂੰਨ ਦੀ ਕਿਤਾਬ ਵੀ ਲਾਓ, ਪਤਾ ਲੱਗੇ ਕਿ ਮੁਜਰਮ ਨੂੰ ਸਜ਼ਾ ਮਿਲੀ ਹੈ। ਹੋਰ ਇਹ ਕੋਈ ਗੱਲ ਨਹੀਂ ਕਿ ਚਲੋ ਆਪੇ ਜ਼ਲੀਲ ਹੋ ਕੇ 2-4 ਦਿਨ ਮੀਡੀਆ 'ਚ ਖਬਰਾਂ ਆਉਣਗੀਆਂ, ਮੁੜ ਕੇ ਜਾ ਬੰਦਾ ਤਰੀਖਾਂ ਦੇ ਭੋਤ ਕਾਪੀ ਘਰ ਬਹਿ ਜਾਏਗਾ। ਇਹ ਕਿਸੇ ਦਾ ਕੀ ਵਿਗਾੜ ਸਕਦਾ ਮਾੜਾ ਬੰਦਾ? ਜਿਹੜਾ ਬੰਦਾ 200-300 ਰੁਪਏ ਦੇ ਅੰਡੇ ਵੇਚ ਕੇ ਗੁਜ਼ਾਰਾ ਕਰਦਾ ਹੋਏ, ਉਹ ਅਦਾਲਤਾਂ ਦੇ ਚੱਕਰ ਮਾਰ ਲੇਗਾ? ਉਹ ਕਰ ਲੇਗਾ ਕੁਝ? ਕੀ ਕਰੇਗਾ? ਕੁਝ ਵੀ ਨਹੀਂ। ਔਰ ਕੱਲ ਨੂੰ ਇਹਨਾਂ ਲੋਕਾਂ ਨੇ, ਜਿਹੜੇ ਬਦਮਾਸ਼ ਬਾਸ਼ ਲੋਕ ਨੇ, ਇਹਨਾਂ ਆਖਣਾ ਰੁਪਈਆ ਲੱਖ ਲੈ ਲਓ ਭਾਜੀ, ਚਲੋ ਬਹਿ ਜਾਓ, ਰੁਪਈਆ 2 ਲੱਖ ਲੈ ਲਓ ਭਾਜੀ, ਬਹਿ ਜਾਓ। ਠੀਕ ਹੈ, ਅਸੀਂ ਇਹ ਮੁੱਲ ਪਾ ਦੇਣਗੇ ਬੱਚੀ ਦਾ, ਔਰ ਅਸੀਂ ਮਜਬੂਰ ਹੋ ਕੇ ਗੱਲ ਸੁਣੋ, ਅਸੀਂ ਘਰ ਬਹਿ ਜਾਾਂਗੇ, ਕਿਉਂਕਿ ਸਾਡੇ ਕੋਲ ਕਿਰਾਇਆ ਜੋਗੇ ਪੈਸੇ ਕੋਈ ਨਹੀਂ, ਸਾਡੇ ਕੋਲ ਗੱਡੀਆਂ ਜੋਗੇ ਪੈਸੇ ਕੋਈ ਨਹੀਂ, ਆਹ ਕਿੱਥੇ ਜਾਣਾ? ਇਸ ਕਰਕੇ ਇਹ ਕੋਈ ਐਸਾ ਜਿਵੇਂ ਉਹ ਜਹਾਰੇ ਨੂੰ ਤੁਸੀਂ ਸਜ਼ਾ ਦਿੱਤੀ ਹੈ, ਬਾਕੀ ਮੁਲਜ਼ਮਾਂ ਨੂੰ ਵੀ ਇਸੇ ਤਰ੍ਹਾਂ ਸਜ਼ਾ ਦਿੱਤੀ ਜਾਏ ਤਾਂ ਕਿ रोकथाम होए जराइम की, पता लगे कि किसी को सज़ा मिली है। ज़ियाउल हक साहब ने एक दफ़ा सज़ा दी थी लाहौर दे विच, उन्होंने 3 बंदे हैं तो लटका दिते हैं। उस तो बाद बहुत 20-25 साल तक एडे लंबे अमन रहा। और अगर अज भी तुसीं इन्हां मुजरमां नूं कुदरत चौक च लटकाओगे ना, तो इंशाअल्लाह फर्क पेगा। मेरे अल्लाह ने चाहा ना, लोग इबरत हासिल करनगे। अगले दिन तालिबान ने यही वाक़या उत्थे होया, और उन्होंने दूसरे दिन ही बंदे जिहड़े ने वो संसार कर दिते ने। किस तरह करेगा कोई जुर्म? ਇਹ ਸਿਰਫ ਸਾਡੇ ਇਸ ਮੁਲਕ ਦੇ ਵਿੱਚ ਆਪਣੀ ਲੜਾਈਆਂ ਨਹੀਂ ਖਤਮ ਹੋਣੀਆਂ, ਤੁਸੀਂ ਕਿਸੇ ਗਰੀਬ ਨੂੰ ਇਨਸਾਫ ਕੀ ਦੇ ਸਕਦੇ? ਬਿਲਕੁਲ। ਓਕੇ ਜੀ, ਅੱਲਾਹ ਹਾਫਿਜ਼।